ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਸੇ ਦਿਨ ਕਰ ਕੇ ਉਦੈ, ਦੀਪਕ ਦੁਤ ਕਰ ਜਾਤ। ਤੈਸੇ ਬ੍ਰਹਮਾਨੰਦ ਮੈਂ, ਆਨੰਦ ਸਭੈ ਬਿਲਾਤ। ਜੈਸੇ ਦਿਨ ਕਰ ਕੇ ਉਦੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ 8ਵਾਂ ਵਿਸ਼ਰਾਮ ਪੜ੍ਹ ਰਹੇ ਹਾਂ। 15 ਕੱਲ ਦੇ ਹੋ ਚੁੱਕੇ ਆ ਤੇ ਉਹਦੀ ਵਿਚਾਰ ਕੀਤੀ ਸੀ। ਦ੍ਰਿਸ਼ ਪਦਾਰਥ ਕੇ ਪ੍ਰਯੋਜਨ ਕੇ ਸਹਿਜ ਅਭਾਵ, ਕਹਾਂ ਗਹੇ ਤਿਆਗੇ ਕਹਾਂ ਛੂਟਿਓ ਭਾਵ ਅਭਾਵ। ਇਹ ਆਪਾਂ ਇਹਦੀ ਵਿਚਾਰ ਕਰ ਲਈ ਸੀ, ਪਰ ਇੱਥੇ ਭਾਵ ਅਭਾਵ ਦੀ ਜਗ੍ਹਾ ਚਾਪ ਤੇ ਅਚਾਪ ਪਾਠ ਹੀ ਆਉਂਦਾ ਹੈ। ਛੂਟਿਓ ਚਾਪ ਅਚਾਪ। ਜੇ ਇਸ ਤਰ੍ਹਾਂ ਚਾਵ ਅਚਾਵ ਹੋਵੇ ਫਿਰ ਅਰਥ ਇਹ ਕਰ ਲੈਣਾ ਵੀ ਇਹ ਜਿਹੜਾ ਚਾਅ ਹੁੰਦਾ ਨਾ, ਮੇਰੀ ਚੀਜ਼ ਆ। ਅਚਾਵ ਹੁੰਦਾ, ਚਾਅ ਹੁੰਦਾ ਮੇਰੀ ਚੀਜ਼ ਜਾਂ ਚੀਜ਼ਾਂ ਦਾ ਚਾਅ ਕਰਨਾ, ਬੜਾ ਚਾਅ ਜਾਂ ਚੜ੍ਹਨਾ। ਅਚਾਵ ਹੁੰਦਾ ਵੀ ਚਾਅ ਨਾ ਕਰਨਾ, ਵੀ ਜਾਂ ਮੇਰੀ ਚੀਜ਼ ਨਹੀਂ ਜਾਂ ਚਾਅ ਨਾ ਕਰਨਾ। ਐਸੀ ਭਾਵਨਾ ਹੀ ਛੁੱਟ ਗਈ ਹੈ, ਅਥਵਾ ਮਿਟ ਗਈ ਹੈ। ਛੂਟਿਓ ਚਾਵ ਅਚਾਵ, ਕਹਾਂ ਗਹੇ ਤਿਆਗੇ। ਫਿਰ ਕੀ ਗ੍ਰਹਿਣ ਕਰੇ ਤੇ ਕੀ ਤਿਆਗੇ? ਚਾਅ ਹੀ ਨਹੀਂ ਰਹਿ ਗਿਆ। ਜਦੋਂ ਚਾਅ ਹੀ ਨਹੀਂ ਹੈ ਫਿਰ ਕੀ ਪਕੜਨਾ ਤੇ ਕੀ ਛੱਡਣਾ? ਪਕੜੂਗਾ ਤੇ ਛੱਡੂਗਾ, ਠੀਕ ਹੈ ਨਾ। ਇਸੇ ਤਰ੍ਹਾਂ ਛੂਟਿਓ ਭਾਵ ਅਭਾਵ, ਵੀ ਜਿੰਨਾ ਚਿਰ ਭਾਵ ਹੋਣਾ ਅਭਾਵ ਨਾ ਹੋਣਾ ਹੀ ਛੁੱਟ ਗਿਆ, ਉਹ ਕੀ ਗ੍ਰਹਿਣ ਕਰੂਗਾ? ਜੇ ਗ੍ਰਹਿਣ ਕਰੂਗਾ ਤੇ ਫੇਰ ਹੀ ਉਹ ਤਿਆਗੇਗਾ ਨਾ। ਇਸ ਪ੍ਰਕਾਰ ਉੱਥੇ ਪਾਠ ਦਾ ਭੇਦ ਸਮਝ ਲੈਣਾ। ਛੂਟਿਓ ਭਾਵ ਭਾਵ ਜਾਂ ਛੂਟਿਓ ਚਾਵ ਅਚਾਵ। ਅਰਥ ਦੋਵੇਂ ਸਿੱਧ ਕਰਤੇ, ਕੱਲ੍ਹ ਵੀ ਕਰ ਲਿਆ ਸੀ ਅਰਥ ਚੰਗੀ ਤਰ੍ਹਾਂ ਜਿੰਨਾ ਕੁ ਹੋ ਸਕਿਆ। ਅੱਜ ਚਾਵ ਅਚਾਵ ਦਾ ਵੀ ਕਰ ਲਿਆ ਹੈ। ਆਓ ਆਪਾਂ 17ਵਾਂ ਜਿਹੜਾ 16ਵਾਂ ਦੋਹਰਾ ਉਹਨੂੰ ਪੜ੍ਹੀਏ। ਜੈਸੇ ਦਿਨ ਕਰ ਕੇ ਉਦੈ। ਜੈਸੇ ਗਈਏ ਜਿਵੇਂ ਜਾਂ ਜਿਸ ਤਰ੍ਹਾਂ। ਦਿਨ ਕਰ ਕਹੀਏ ਸੂਰਜ, ਦਿਨ ਨੂੰ ਕਰ ਕਹੀਏ ਕਰਨ ਵਾਲਾ, ਉਹ ਵੀ ਸੂਰਜ। ਤੇ ਸੂਰਜ ਦੇ ਕਿਹਦਾ ਅਰਥ ਦੇ? ਸੂਰਜ ਦੇ ਉਹਦੇ ਕਹੀਏ ਚਾੜਨ ਨਾਲ। ਦੀਪਕ ਦੁੱਤ ਦੁਰ ਜਾਤ। ਦੀਪਕ ਕਹੀਏ ਦੀਵੇ ਦੀ, ਦੁੱਤ ਕਹੀਏ ਜਿਹੜੀ ਸੋਭਾ ਆ, ਭਾਵ ਪ੍ਰਕਾਸ਼ ਰੌਸ਼ਨੀ ਆ। ਦੁਰ ਜਾਤ, ਉਹ ਦੁਰ ਜਾਂਦੀ ਹੈ, ਭਾਵ ਦੁਰ ਦਾ ਅਰਥ ਛੁਪ ਜਾਂਦੀ ਆ। ਜਾਤ ਕਹੀਏ ਜਾਂਦੀ, ਛੁਪ ਜਾਂਦੀ ਆ, ਭਾਵ ਮੱਧਮ ਪੈ ਜਾਂਦੀ। ਦੀਵਾ ਜਗਾ ਲਓ ਸਵੇਰੇ ਤੇ ਉਹ ਦਿਖਦਾ ਵੀ ਨਹੀਂ ਹੈ, ਜਗਦਾ ਜਦੋਂ ਸੂਰਜ ਦੀ ਰੌਸ਼ਨੀ ਵਿੱਚ ਰੱਖਾਂਗੇ। ਜਿਸ ਤਰ੍ਹਾਂ ਸੂਰਜ ਦੇ ਉਹਦੇ ਪ੍ਰਗਟ ਹੋਣ ਦੇ ਨਾਲ, ਚਾੜ੍ਹਨ ਨਾਲ ਦੀਪਕ ਦੀਵੇ ਦੀ ਜਿਹੜੀ ਦੁੱਤ ਸੋਭਾ ਰੌਸ਼ਨੀ ਆ ਉਹ ਛੁਪ ਜਾਂਦੀ ਹੈ। ਤੈਸੇ ਬ੍ਰਹਮਾਨੰਦ ਮੈਂ। ਤੈਸੇ ਇਸੇ ਤਰ੍ਹਾਂ ਹੀ, ਜਾਂ ਉਸੇ, ਤੈਸ ਦਾ ਅਰਥ ਉਸੇ ਤਰ੍ਹਾਂ ਹੀ। ਹਿਰਦੇ ਦੇ ਮੈਂ ਕਹੀਏ ਅੰਦਰ ਜਾਂ ਵਿੱਚ, ਹਿਰਦੇ ਦੇ ਵਿੱਚ ਜਿਹੜਾ ਬ੍ਰਹਮਾਨੰਦ ਭਾਵ ਬ੍ਰਹਮ ਵਿਆਪਕ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਆਨੰਦ ਸੁਖੇੜਾ ਹੈ। ਭਾਵ ਪਰਮਾਤਮਾ ਦੀ ਪ੍ਰਾਪਤੀ ਵਾਲਾ ਨਾਮ ਰੂਪੀ ਜਿਹੜਾ ਆਨੰਦ ਸੁਆਦ ਹੈ। ਆਉਣ ਨਾਲ ਭਲਾ ਕੀ ਹੁੰਦਾ ਹੈ? ਆਨੰਦ ਸਭੈ ਬਿਲਾਤ। ਸਭੈ ਕਹੀਏ ਜਿਹੜੇ ਸਾਰੇ ਹੀ ਆਨੰਦ ਆ, ਸੁੱਖ ਆ। ਉਹ ਬਿਲਾਤ ਕਹੀਏ ਵਿਨਾਸ਼, ਬਿਲਾਤ ਕਹੀਏ ਨਾਸ਼ ਹੋ ਜਾਂਦੀ।
ਲੈ ਹੋ ਜਾਂਦੀ, ਫਿੱਕੇ ਪੈ ਗਏ। ਜਿਵੇਂ ਜੇ ਰਸ ਵਿਸਰ ਗਏ ਰਸ ਆਪ, ਬ੍ਰਹਮਾਨੰਦ ਜਿੱਥੇ ਆ ਗਿਆ ਉੱਥੇ ਹੋਰ ਇੰਦਰੀਆਂ ਦੇ ਰਸ, ਵਿਸ਼ਿਆਂ ਦੇ ਰਸ, ਹੋਰ ਪਦਾਰਥਾਂ ਦੇ ਰਸ ਸਾਰੇ ਮਿਟ ਜਾਂਦੇ। ਉਹ ਰਸ ਪੀਆ ਭਾਵ ਬ੍ਰਹਮਾਨੰਦ ਰਸ ਜਦੋਂ ਪੀ ਲਈਦਾ, ਇਹ ਰਸ ਨਹੀਂ ਭਾਵ, ਇਹ ਸੰਸਾਰੀ ਰਸ ਬਿਲਕੁਲ ਨਹੀਂ ਪਾਉਂਦੀ। ਤੈਸੇ ब्रह्मानंद में आनंद सबे बिलात। बिलात दे तत्ते नु सैरी, बब्बे सैरी लले कन्ना तत्ते सैरी बिलात। जो ब्रह्मानंद महानंद की प्राप्ति हुंदी आ, हो जाण नाल सारे जिहड़े संसारक आनंद आ ये सारे नाश हो जांदे। आओ वो परमानंद परमेश्वर सतचिदन आनंद ਸਰੂਪ ਆ। ਇਹ ਹੁਣ ਦੁੱਖ ਜੜਿਆ ਸੰਸਾਰ, ਅਸਤ ਦੇ ਦੁੱਖ ਜੜਿਆ, ਇਹ ਆਨੰਦ ਸਰੂਪ ਥੋੜੀ। ਜਦੋਂ ਵੱਡਾ ਹੀ ਆਨੰਦ ਆ ਜਾਵੇ ਫਿਰ ਛੋਟੇ ਆਨੰਦ ਨੂੰ ਕੀ ਕਰਨਾ। ਉਹ ਆਨੰਦ ਵਿੱਚ ਸਾਰੇ ਹੀ ਆਨੰਦ ਆ ਜਾਂਦੇ ਆ। ਭਾਵ ਹਾਥੀ ਦੀ ਪੈੜ ਵਿੱਚ ਜਿਵੇਂ ਸਾਰੀਆਂ ਪੈੜਾਂ ਆ ਜਾਂਦੀਆਂ, ਬ੍ਰਹਮ ਆਨੰਦ ਤੇ ਐਸਾ ਹੀ ਆਨੰਦ ਜਿਹਦੇ ਵਿੱਚ ਸਾਰੇ ਆਨੰਦ ਆ ਕੇ ਲੀਨ ਹੋ ਜਾਂਦੇ, ਵਿੱਚ ਹੀ ਆ ਜਾਂਦੇ। ਮਹਾਨ ਰਸ ਹੈ, ਬਾਕੀ ਰਸ ਵਿਸਰ ਜਾਂਦੇ। ਜੈਸੇ ਜਿਨ ਘਰ ਕੀ ਉਦੈ, ਜਿਵੇਂ ਦੀਵੇ ਦਾ ਜਿਹੜਾ ਪ੍ਰਕਾਸ਼ ਆ ਉਹ ਸੂਰਜ ਦੇ ਪ੍ਰਕਾਸ਼ ਵਿੱਚ ਲੈ ਹੋ ਜਾਂਦਾ ਹੈ। ਦੀਪਕ ਦੁੱਤ ਦੁਰਜਾਤ, ਦੀਵੇ ਦਾ ਜਿਹੜੀ ਦੁੱਤ ਪ੍ਰਕਾਸ਼ ਆ ਉਹ ਛੁਪ ਜਾਂਦਾ ਵਾ। ਜੈਸੇ ਕਿ ਜਿਸ ਤਰ੍ਹਾਂ ਸੂਰਜ ਦੇ ਪ੍ਰਗਟ ਹੋਣ ਵਿੱਚ, ਤੈਸੇ ਬ੍ਰਹਮ ਆਨੰਦ ਮੈਂ ਇਵੇਂ ਹੀ ਸਾਰੇ ਜਿਹੜੇ ਆਨੰਦ ਹੈ ਨਾ, ਆਨੰਦ ਸਭੇ ਬਿਲਾਤ, ਆਨੰਦ ਸਾਰੇ ਜਿਹੜੇ ਆ ਉਹ ਬ੍ਰਹਮਾਨੰਦ ਪਰਮਾਨੰਦ ਵਿੱਚ ਹੀ ਵੇਦ ਅਰਥ ਵਿਸ਼ੇਸ਼ ਕਰਕੇ ਲਾਤ ਕਹੀਏ ਲੈ ਹੋ ਜਾਂਦੇ। ਆਪਾਂ ਅਰਥ ਪਹਿਲਾਂ ਹੀ ਕਰ ਲਿਆ, ਇੱਦਾਂ ਨਾਸ ਹੋ ਜਾਂਦੇ। ਲੈਤ ਕਹਿ ਲਓ, ਫਿੱਕੇ ਕਹਿ ਲਓ, ਨਾਸ ਕਹਿ ਲਓ। ਦੋਹਰਾ ਗਰੁੜ ਤਹਾਂ ਬਾਹਨ ਸਭੈ, ਤਹਾਂ ਕਹੀਏ ਉੱਥੇ ਹੀ, ਸਭੈ ਕਹੀਏ ਸਾਰੀਆਂ ਵਾਹਨ ਸਵਾਰੀਆਂ ਜਾਂਦੀਆਂ ਹਨ। ਜਿੱਥੇ ਪੰਛੀਆਂ ਦਾ ਰਾਜਾ ਗਰੁੜ ਪੰਛੀ ਹੈ, ਕਿਉਂਕਿ ਉਸ ਵਰਗੀ ਕੋਈ ਸਵਾਰੀ ਨਹੀਂ ਹੈ। ਇਸੇ ਕਰਕੇ ਹੀ ਭਗਵਾਨ ਵਿਸ਼ਨੂੰ ਜੀ ਨੇ ਆਪਣਾ ਵਾਹਨ ਬਣਾਇਆ ਹੋਇਆ ਹੈ। ਗਰੁੜ ਤਹਾਂ ਬਾਹਨ ਸਭੈ, ਉੱਥੇ ਵਾਹਨ ਕੀ ਜਿਹੜੀਆਂ ਸਵਾਰੀਆਂ ਸਭੈ ਸਾਰੀਆਂ ਆ ਜਾਂਦੀਆਂ ਜਿੱਥੇ ਗਰੜ ਦੀ ਸਵਾਰੀ ਹੋਵੇ। ਰਸ ਸਭ ਅਮੀ ਸਮੀਪ, ਇਉਂ ਹੀ ਅਮੀ ਸਮੀਪ, ਅਮੀ ਕਹੀਏ ਅੰਮ੍ਰਿਤ, ਅੰਮ੍ਰਿਤ ਦੇ ਸਮੀਪ ਕਹੀਏ ਨੇੜੇ। ਸਭ ਜਿਹੜੇ ਸਾਰੇ ਹੀ ਰਸ ਆ ਜਾਂਦੇ, ਅੰਮ੍ਰਿਤ ਦੇ ਨੇੜੇ ਸਾਰੇ ਰਸ ਆ ਜਾਂਦੇ। ਬ੍ਰਹਮਾਨੰਦ ਅੰਮ੍ਰਿਤ ਹੀ ਆ, ਪਰਮਾਨੰਦ ਅੰਮ੍ਰਿਤ ਹੀ ਆ, ਸਾਰੇ ਰਸ ਉੱਥੇ ਹੀ ਆ ਜਾਂਦੇ। ਅਮੀ ਨਾਮ ਚੰਦਰਮਾ ਦਾ ਹੀ ਹੁੰਦਾ ਵਾ, ਭਾਵ ਚੰਦਰਮਾ ਦੇ ਅੰਮ੍ਰਿਤ ਰਸ ਦੇ ਸਮੀਪ ਕਹੀਏ ਨੇੜੇ ਆਉਣ ਕਰਕੇ ਸਭ ਸਾਰੇ ਰਸ ਆ ਜਾਂਦੇ। ਅੰਮ੍ਰਿਤ ਦਾ ਵੀ ਚੰਦਰਮਾ ਦੇ ਕਿਰਨਾਂ ਵਿੱਚ ਹੀ ਅੰਮ੍ਰਿਤ ਹੁੰਦਾ। ਜਾਂ ਸਿੱਧਾ ਸਮਝ ਲਓ ਅਮੀ ਦਾ ਅਰਥ ਚੰਦਰਮਾ ਨੇ, ਚੰਦਰਮਾ ਦੇ ਸਮੀਪ ਕਹੀਏ ਨੇੜੇ ਸਾਰੇ ਰਸ ਆ ਜਾਂਦੇ। ਜਿਹੜਾ ਚੰਦਰਮਾ ਦਾ ਰਸ ਆ, ਅੰਮ੍ਰਿਤ ਰਸ ਆ, ਉਹਦੇ ਨੇੜੇ ਸਾਰੇ ਰਸ ਆ ਜਾਂਦੇ। ਜਾਂ ਰਸ ਸਭ ਅਮੀ ਸਮੀਪ, ਵੀ ਅੰਮ੍ਰਿਤ ਦੇ ਨੇੜੇ ਸਾਰੇ ਰਸ ਆ ਜਾਂਦੇ। ਉੱਥੇ ਵਾਹਨ ਸਭ, ਉੱਥੇ ਸਵਾਰੀਆਂ ਸਾਰੀਆਂ ਆ ਜਾਂਦੀਆਂ। ਭਾਵ ਜਿੱਥੇ ਗਰੜ ਦੀ ਸਵਾਰੀ, ਤਾਂ ਹੀ ਵਿਸ਼ਨੂੰ ਭਗਵਾਨ ਨੇ ਸਵਾਰੀ ਦੀ ਕੀਤੀ ਹੈ, ਮਹਾਨ ਸਵਾਰੀ ਹੈ। ਕਿਸੇ ਦੀ ਨਹੀਂ ਤੇ ਝੋਟੇ ਦੀ ਹੈ, ਕਿਸੇ ਦੀ ਹੰਸ ਦੀ ਹੈ।
ਗਿਆਨ ਦਿਵਾ ਕਰ ਕੈ ਉਦੈ। ਜਿਵੇਂ ਪ੍ਰਤਾਖੀ ਦਿਵਾ ਕਰ ਕੈ ਉਦੈ, ਸੂਰਜ ਦੇ ਪ੍ਰਗਟ ਚੜ੍ਹਨ ਨਾਲ ਸਾਰੇ ਦੀਨ ਦੀ ਰੌਸ਼ਨੀ ਛਿਪੀ ਬਹਿ ਜਾਂਦੀ ਆ। ਇਸੇ ਤਰ੍ਹਾਂ ਬ੍ਰਹਮ ਗਿਆਨ ਰੂਪੀ ਸੂਰਜ ਚੜ੍ਹਨ ਦੇ ਨਾਲ ਜਿਹੜੇ ਆ ਨਾ ਬ੍ਰਹਮ ਜਿਹੜਾ ਗਿਆਨ ਦਿਵਾ ਕਰ ਗਿਆਨ ਰੂਪੀ ਸੂਰਜ ਦੇ ਕਹਿ ਕਹੀਏ ਉਹਦੇ ਕਹੀਏ ਪ੍ਰਗਟ ਚੜ੍ਹਨ ਨਾਲ ਸਭ ਮਤ ਹੈ ਗਏ ਦੀਪ। ਸਭ ਸਾਰੇ ਜਿਹੜੇ ਮਤਾਂਤਰ ਆ ਭੇਖ ਆ, ਸਾਰੇ ਮਤਾਂ ਰੂਪੀ ਮਤਾਂਤਰਾਂ ਰੂਪੀ ਭੇਖਾਂ ਰੂਪੀ ਜਿਹੜੇ ਦੀਪ ਕਹੀਏ ਦੀਵੇ ਆ, ਉਹ ਹੋਇਆ ਗਏ, ਉਹ ਮੱਧਮ ਹੋ ਗਏ, ਮੱਧਮ ਹੋ ਜਾਂਦੇ। ਸਭ ਮਤ ਸਿਧਾਂਤ ਜਿਹੜੇ ਆ ਨਾ ਉਹਦੇ ਦੀਵੇ ਰੂਪ ਹੋ ਜਾਂਦੇ ਆ। ਜਿੱਥੇ ਗਿਆਨ ਦਾ ਗਿਆਨ ਰੂਪੀ ਸੂਰਜ ਚੜ੍ਹ ਜਾਵੇ ਉੱਥੇ ਸਾਰੇ ਮਤ ਭੇਖ ਜਿਹੜੇ ਆ ਦੀਵੇ ਆ ਉਹ ਮੱਧਮ ਪੈ ਜਾਂਦੇ, ਫਿੱਕੇ ਪੈ ਜਾਂਦੇ। ਠੀਕ ਆ ਜੀ। ਕਿੱਥੇ ਜਿਹਦੇ ਗਿਆਨ ਰੂਪੀ ਸੂਰਜ ਚੜ੍ਹ ਜੇ, ਜਿਵੇਂ ਸੂਰਜ ਦੇ ਸਾਹਮਣੇ ਦੀਵੇ ਦਾ ਪ੍ਰਕਾਸ਼ ਮੱਧਮ ਪੈ ਜਾਂਦਾ ਨਾ, ਐਵੇਂ ਗਿਆਨਵਾਨ ਪੁਰਸ਼ ਜਿਹੜਾ ਨਾ ਉਹਦੇ ਹਿਰਦੇ ਰੂਪੀ ਕਾਸ਼ ਦੇ ਵਿੱਚ ਅਪਰੋਖ ਬ੍ਰਹਮ ਗਿਆਨ ਰੂਪੀ ਜਦੋਂ ਦਿਵਾਕਰ ਸੂਰਜ ਚੜ੍ਹਦਾ ਉਹਦੇ ਹੁੰਦਾ ਪ੍ਰਗਟ ਹੁੰਦਾ। ਉਹਦੇ ਪ੍ਰਗਟ ਹੋਣ ਨਾਲ ਹੀ ਜਿਹੜੇ ਬਾਕੀ ਮਤਾਂਤਰ ਆ ਸਾਰੇ ਦੀਵੇ ਦੀ ਨਿਆਈ ਮੱਧਮ ਹੋ ਜਾਂਦੇ। ਸਭ ਮਤ ਕੀ ਹੈ, ਮਤ ਮਤਾਂਤਰ ਕੀ ਆ, ਵਿਸ਼ੇਸ਼ ਸ਼ਾਸਤਰ ਸਾਂਖ ਨਿਆਏ ਵਿਸ਼ੇਸ਼ ਪੂਰਵਮਾਨ ਸਭ ਪਤੰਜਲ ਵਿਦਾਂਤ ਆਦਿ ਜਿਹੜੇ ਸ਼ਾਸਤਰਾਂ ਦੇ ਮਤ ਆ ਇਹ ਦੀਵੇ ਦੀ ਨਹੀਂ ਫਿੱਕੇ ਹੋ ਜਾਂਦੇ ਆ ਗਿਆਨ ਦੇ ਸੂਰਜ ਅਗੇ। ਇੰਨਾ ਨਹੀਂ ਵੀ ਜਿੰਨਾ ਪੁਰਾਣਾ ਵੇਦਾਂ 'ਚ ਲਿਖਿਆ ਗਿਆਨ ਇੰਨਾ ਹੀ ਆ। ਅਪਰੋਕਸ਼ ਗਿਆਨ ਤੇ ਪ੍ਰਤੱਖ ਗਿਆਨ ਤੇ ਬਹੁਤ ਮਹਾਨ ਹੈ। ਉਹ ਕਈ ਗੱਲਾਂ ਸਾਧੂ ਅੱਜ ਵੀ ਉਹ ਕਰ ਦਿੰਦੇ ਆ ਜਿਹੜੀ ਸ਼ਾਸਤਰਾਂ 'ਚ ਹੈ ਹੀ ਨਹੀਂ ਆ। ਜਿਹੜੀ ਸ਼ਾਸਤਰਾਂ 'ਚ ਹੈਗੀਆਂ ਉਹ ਵੀ ਕਰ ਦਿੰਦੇ ਆ ਪੜ੍ਹੇ ਤੋਂ ਬਿਨਾਂ ਹੀ ਹੈ, ਤੇ ਜਿਹੜੀਆਂ ਨਹੀਂ ਹੈਗੀਆਂ ਉਹ ਵੀ ਕਰ ਦਿੰਦੇ। ਮਤਲਬ ਹੋਰ ਉੱਚੀ ਸੁੱਚੀ ਮੱਤ ਹੁੰਦੀ ਇਹਨਾਂ ਦੀ। ਜਾਂ ਐਵੇਂ ਬਣ ਜਾਂਦਾ ਵੀ ਜਿਸ ਦੇ ਹਿਰਦੇ ਵਿੱਚ ਗਿਆਨ ਰੂਪ ਦਿਵਾਕਰ ਸੂਰਜ ਪ੍ਰਗਟ ਹੋ ਜਾਂਦਾ ਉੱਥੇ ਸਭ ਮਤ ਹੋਇਆ ਗਏ ਦੀ। ਉੱਥੇ ਸਾਰੀਆਂ ਮੱਤਾਂ ਰੂਪੀ ਜਿਹੜੇ ਦੀਵੇ ਆ ਮਨ ਮਤ ਦੁਰਮਤ ਇਤਿਆਦਿਕ ਜਿਹੜੀਆਂ ਮੱਤਾਂ ਚੰਚਲਤਾ ਇਹਦੀਆਂ ਸਭ ਹੋਇਆ ਗਏ, ਉਹ ਮੱਧਮ ਹੋ ਜਾਂਦੀਆਂ ਦੀਵੇ ਵਾਂਗ, ਲੋਭ ਹੋ ਜਾਂਦੀਆਂ ਦੀਵੇ ਦੀ ਰੌਸ਼ਨੀ ਵਾਂਗ। ਇਹ ਵੀ ਸਮਝ ਲੈਣਾ। ਹੇਤ ਪਰੀਛਾ ਕੇ ਸੋ ਗੁਰ, ਸੋ ਕਹੀਏ ਸ੍ਰੇਸ਼ਟ ਜਿਹੜੇ ਗੁਰਦੇਵ ਆ ਉਹਨਾਂ ਨੇ ਆਪਣੇ ਸਿੱਖ ਦੀ ਜਿਹੜੀ ਪਰੀਛਾ ਕਹੀਏ ਪ੍ਰੀਖਿਆ ਲੈਣ ਦੇ ਹੇਤ ਕਹੀਏ ਵਾਸਤੇ ਅਰਥ ਵਾਸਤੇ ਸ੍ਰੇਸ਼ਟ ਗੁਰਦੇਵ ਨੇ ਆਪਣੇ ਸਿੱਖ ਦੀ ਪ੍ਰੀਖਿਆ ਲੈਣ ਵਾਸਤੇ ਖੰਡਿਓ ਜਗ ਵਿਵਹਾਰ, ਜਗ ਕਹੀਏ ਸੰਸਾਰ ਦੇ ਜਿਹੜੇ ਵਿਵਹਾਰ ਕੰਮ ਕਾਰ ਆ ਉਹਨਾਂ ਦਾ ਖੰਡਨ ਕੀਤਾ। ਉਹਨਾਂ ਦਾ ਸੰਸਾਰ ਦੇ ਵਿਹਾਰਾਂ ਦਾ ਟੋਟੇ ਕਰਕੇ ਨਾਸ ਕੀਤਾ। ਕਿ ਜਗ ਦੇ ਵਿਹਾਰ ਮੁੱਖ ਨਹੀਂ ਆ, ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਕੋਈ ਫਾਇਦਾ ਨਹੀਂ ਆ। ਇਸ ਕਰਕੇ ਬ੍ਰਹਮ ਗਿਆਨ ਦੀ ਜ਼ਰੂਰਤ ਆ, ਗਿਆਨ ਦੀ ਜ਼ਰੂਰਤ ਆ। ਕਹਿਤ ਸਿੱਖ ਆਨੰਦ ਜੋਤ, ਇਹ ਜਗ ਦਾ ਵਿਹਾਰ ਖੰਡਨ ਕੀਤਾ ਗੁਰੂ ਨੇ ਕੰਮਾਂ ਕਾਰਾਂ ਦਾ ਸਿੱਖ ਦਾ ਪ੍ਰੀਖਿਆ ਲੈਣ ਵਾਸਤੇ। ਤੇ ਕਹਿਤ ਸਿੱਖ ਆਨੰਦ ਜੋਤ, ਕਹਿਤ ਤੇ ਹਾਹੇ ਨੂੰ ਸਿਹਾਰੀ ਆ, ਬਾਕੀ ਪਾਠ ਠੀਕ ਹੀ ਆ। ਸਿੱਖ ਨੇ ਫਿਰ ਕਿਹਾ ਗੁਰਦੇਵ ਜੀ
ਗੁਰਦੇਵ ਕਹਿਤ ਸਿੱਖ। ਗੁਰਦੇਵ ਜੀ ਸਿੱਖ ਸੇਵਕ ਨੂੰ ਆਨੰਦ ਜੋਤ, ਜਿਹੜਾ ਆਨੰਦ ਸੁੱਖ ਆ, ਜੋਤ ਸਹਿਤ ਆ, ਉਹਦੇ ਸਹਿਤ ਬਚਨ ਕਹਿੰਦੇ ਆ ਗੁਰੂ ਜੀ। ਮਤਲਬ ਜਗ ਦਾ ਵਿਹਾਰ ਖੰਡਿਆ ਤੇ ਆਨੰਦ ਦੇ ਸਹਿਤ ਸਿੱਖ ਜਿਹੜਾ ਵਾ ਉਹਨੂੰ ਗੁਰੂ ਜੀ ਕਹਿਤ ਕਹੀਏ ਕਹਿੰਦੇ ਹਨ। ਅਥਵਾ ਵੀ ਜੇ ਸੇਵਕ ਆਨੰਦ ਦੇ ਸਹਿਤ ਕਹਿੰਦਾ ਹੈ ਕਿ ਸਰੀਰ ਦਾ ਬਸ ਪ੍ਰਾਰਬਧ ਆਧਾਰ, ਸਰੀਰ ਦਾ ਜਿਹੜਾ ਆਧਾਰ ਆਸਰਾ ਉਹ ਤੇ ਪ੍ਰਾਰਬਧ ਭਾਵ ਜਿਸ ਕਰਮ ਕਰਕੇ ਸਰੀਰ ਬਣਿਆ ਹੈ ਸੋ ਕਹੀਏ ਪ੍ਰਾਰਬਧ ਕਰਮ ਹੈ। ਗਿਆਨਵਾਨ ਦੇ ਲਈ ਕਰਮ ਬੰਧਨ ਰੂਪ ਨਹੀਂ ਹੈ, ਕਿਉਂਕਿ ਹੰਗਤਾ ਰਹਿਤ ਪ੍ਰਾਰਬਧ ਦੇ ਬਸ ਕਹੀਏ ਅਧੀਨ, ਉਸੇ ਤਰ੍ਹਾਂ ਸੁਤੇ ਸਿੱਧ ਕਿਰਿਆ ਹੋਈ ਜਾਂਦੀ ਹੈ। ਗਿਆਨਵਾਨ ਜਿਹੜਾ ਨਾ, ਗਿਆਨਵਾਨ ਦੇ ਲਈ ਜਿਹੜੇ ਕਰਮਾਂ ਦੇ ਬੰਧਨ ਹੋ ਨਹੀਂ ਹੈਗੇ। ਗਿਆਨਵਾਨ ਮਤਲਬ ਜਿਹੜਾ ਪ੍ਰਾਰਬਧ ਦੇ ਆਧਾਰ ਤੇ ਆਸਰੇ ਜਿਸ ਕਰਕੇ ਸਰੀਰ ਬਣਿਆ ਨਾ, ਜਿਹੜਾ ਕਰਮ ਪ੍ਰਗਟ ਹੋਏ ਕਿ ਉਛਲ ਆਉਂਦਾ, ਉੱਭਰ ਆਉਂਦਾ, ਜਿਸ ਕਰਕੇ ਸਰੀਰ ਮਿਲਣਾ ਹੁੰਦਾ, ਉਹਨੂੰ ਪ੍ਰਾਰਬਧ ਕਰਮ ਕਹਿੰਦੇ ਆ। ਹਾਂ, ਜਿਸ ਕਰਕੇ ਸਰੀਰ ਬਣਿਆ ਤੇ ਉਸ ਪ੍ਰਾਰਬਧ ਕਰਮ ਦੇ ਆਧਾਰ ਆਸਰੇ ਬਸ ਅਧੀਨ ਹੋਏ ਹੁੰਦੇ ਆ। ਗਿਆਨਵਾਨਾਂ ਪੁਰਸ਼ਾਂ ਦੇ ਸਰੀਰ ਤੇ ਉਹ ਕਿਰਿਆ ਕਰੀ ਜਾਂਦੇ ਆ, ਕਿਉਂਕਿ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਪ੍ਰਾਤ ਹੈ, ਕਰਮ ਹੈ ਨਾਸ, ਕਰਮ ਦੇ ਨਾਸ ਹੋ ਜਾਂਦੇ। ਪਰ ਸੁਤੇ ਸੇਧੀ ਜਿਵੇਂ ਮਹਾਂਪੁਰਸ਼ ਉਹ ਆਪਣੀ ਸਾਰੀ ਕਿਰਿਆ ਕਰਦੇ ਆ, ਪਰ ਗਿਆਨਵਾਨ ਹੁੰਦੇ ਆ ਉਹ ਕਰਮਾਂ ਦਾ ਨੂੰ ਬੰਧਨ ਨਹੀਂ ਹੁੰਦਾ ਵੀ ਬੰਧਨ ਕਰਕੇ ਕਰਨ ਦੇ ਜਾਂ ਕੋਈ ਪ੍ਰਾਪਤੀ ਕਰਨ ਵਾਸਤੇ। ਸੁਤੇ ਸੇਧੀ ਪ੍ਰਾਰਬਧ ਕਰਕੇ ਸਰੀਰ ਮਿਲਿਆ, ਜੇ ਕੋਈ ਕਿਸੇ ਵੇਲੇ ਦੁੱਖ ਵੀ ਆ ਜਾਂਦਾ, ਕਿਸੇ ਵੇਲੇ ਸੁੱਖ ਵੀ ਆਉਂਦਾ ਵਾ, ਤੇ ਉਹ ਪ੍ਰਾਰਬਧ ਅਨੁਸਾਰ ਸਰੀਰ ਨੂੰ ਸਮਝ ਕੇ ਤੇ ਉਹ ਕਿਰਿਆ ਕਰੀ ਜਾਂਦੇ, ਦੁੱਖ ਸੁੱਖ ਝੱਲੀ ਜਾਂਦੇ ਮਹਾਂਪੁਰਸ਼। ਹੁਣ ਜੋ ਉਹਨਾਂ ਨੂੰ ਕੋਈ ਮਤਲਬ ਜਿਹੜੀ ਕਿਰਿਆ ਵਾ ਸੰਸਾਰ ਦੀ ਵਿਹਾਰ ਦੀ ਕੋਈ ਵਿੱਚ ਖਚਤ ਬੁਣਾ ਨਹੀਂ ਹੁੰਦਾ, ਅਸਖਤ ਬੁਣਾ ਨਹੀਂ ਹੁੰਦਾ, ਮੋਹ ਨਹੀਂ ਹੁੰਦਾ। ਸੁਤੇ ਸੇਧੀ ਸਰੀਰਕ ਕਿਰਿਆ ਕਰਦੇ, ਕੋਈ ਵੀ ਕਰਮ ਕਰਦੇ ਆ, ਕੋਈ ਆਪਣੇ ਵਾਸਤੇ ਨਹੀਂ ਕਰਦੇ, ਪੁੰਨ ਵਾਸਤੇ ਨਹੀਂ ਕਰਦੇ, ਉਹ ਤੇ ਪ੍ਰਾਰਬਧ ਅਨੁਸਾਰ ਸਰੀਰ ਮਿਲਿਆ ਹੀ ਉਹਨਾਂ ਕਰਮਾਂ ਨੂੰ ਕਰਨ ਵਾਸਤੇ ਉਹ ਕਰਮ ਕਰਦੇ ਆ। ਦੁੱਖ ਸੁੱਖ ਜੋ ਸਰੀਰ ਤੇ ਆ ਜਾਂਦਾ ਰੁਕੋ ਕੇ ਸਰੀਰ ਛੱਡ ਜਾਂਦੇ ਆ। ਇਸ ਪ੍ਰਕਾਰ ਜਗਤ ਦਾ ਵਿਹਾਰ ਗੁਰੂ ਨੇ ਖੰਡਿਆ ਤੇ ਸਿੱਖ ਨੂੰ ਜਿਹੜਾ ਆਨੰਦ ਦੇ ਸਹਿਤ ਕਹਿ ਰਹੇ ਕਹਿਤ ਸਿੱਖ ਆਨੰਦ ਜੋ ਆਪਣੇ ਸਿੱਖ ਨੂੰ ਬੜੇ ਆਨੰਦ ਸਹਿਤ ਗੁਰੂ ਜੀ ਕਹਿੰਦੇ ਹਨ। ਇਹ ਸਿੱਖ ਜਿਹੜਾ ਗਿਆਨਵਾਨ ਪੁਰਸ਼ ਆ ਉਹਦੇ ਪ੍ਰਾਰਬਧ ਦੇ ਆਧਾਰ ਦਾ ਸਰੀਰ ਅਧੀਨ ਹੋਇਆ ਭਾਵ ਕਿਰਿਆ ਕਰਦਾ, ਉਂਝ ਉਹਨੂੰ ਕੋਈ ਇੱਛਾ ਨਹੀਂ ਹੁੰਦੀ। ਤੇ ਬਸ ਦੇ ਪਾਠ ਨੂੰ ਸੱਸੇ ਨੂੰ ਸਿਹਾਰੀ ਬਸ, ਜਿਹੜਾ ਬਸ ਪਾਠ ਦੇ ਸੱਸੇ ਨੂੰ ਸਿਹਾਰੀ ਬਸ ਪ੍ਰਾਰਬਧ ਆਧਾਰ ਕਹਿਤ ਸਿੱਖ ਆਨੰਦ ਜੋਤ। ਜਾਂ ਵੀ ਗੁਰੂ ਕੇ ਬਚਨ ਸੁਣ ਕੇ ਨਾ ਸਿੱਖ ਆਨੰਦ ਦੇ ਜੋਤ ਸਹਿਤ ਕਹਿ ਰਿਹਾ ਹੈ, ਇਹ ਗੁਰੂ ਜੀ ਹੁਣ ਮੇਰਾ ਬਸ ਕਹੀਏ ਵਸਣਾ ਭਾਵ ਸਰੀਰ ਦਾ ਜਿਹੜਾ ਰੱਖਣਾ ਉਹ ਤੇ ਪ੍ਰਾਰਬਧ ਆਧਾਰ, ਪ੍ਰਾਰਬਧ ਦੀ ਆਸ ਰਹੀ ਹੈ ਅਥਵਾ ਵਿਹਾਰਾਂ ਵੱਲੋਂ ਮੇਰੀ ਤੇ ਹੁਣ ਬਸ ਹੋ ਗਈ ਆ ਤੇ ਮੈਂ ਪ੍ਰਾਰਬਧ ਦੇ ਆਸਰੇ ਹਾਂ। ਭਾਵ ਜਿੰਨਾ ਚਿਰ ਸਰੀਰ ਜਿਹੜੇ ਕਰਮਾਂ ਭੋਗਣ ਵਾਸਤੇ ਮਿਲਿਆ ਭੋਗਾਂਗਾ, ਬਾਕੀ ਮੇਰੀ ਕੋਈ ਇਹਦੇ ਵਿੱਚ ਕੋਈ ਅਸਖਤਪੁਣਾ ਨਹੀਂ ਹੈ, ਮੋਹਪੁਣਾ ਨਹੀਂ ਹੈ, ਮੈਨੂੰ ਕੋਈ ਇਹਦੇ ਨਾਲ ਇੰਨਾ ਪ੍ਰੇਮ ਨਹੀਂ, ਇਹ ਕਹਿ ਰਹੇ। ਸਿੱਖਿਓ ਬਾਚ ਪਿੱਛੇ ਸਾਰੇ ਪਾਠ ਸਹੀ, ਇੱਕ ਦੇ ਕਹਿਰ ਦੇ ਹਾਹੇ ਨੂੰ ਸਿਹਾਰੀ ਹੈ, ਇੱਕ ਬਸ ਪਾਠ ਦੇ ਸੱਸੇ ਨੂੰ ਸਿਹਾਰੀ। ਹਾਂਜੀ, ਸਿੱਖਿਓ ਬਾਚ ਦੋਹਰਾ ਭਗਵਾਨ ਆਤਮਵਾਨ ਜੇ ਭਗਵਾਨ। ਇਹ ਗੁਰਦੇਵ ਜੀ
ਭਗਵਾਨ ਦਾ ਅਰਥ ਗੁਰਦੇਵ ਗੁਰੂ ਹੁੰਦਾ, ਪਿਛੇ ਬਹੁਤ ਵਾਰ ਆ ਚੁੱਕਾ। ਇਹ ਗੁਰੂ ਜੀ ਜਿਹੜੇ ਆਤਮਵਾਨ ਆ, ਆਤਮਾ ਦੇ ਗਿਆਨ ਵਾਲੇ ਆ, ਗਿਆਨਵਾਨ ਪੁਰਸ਼, ਸਵੈ ਗਿਆਨ ਦੇ ਸਹਿਤ ਆ, ਆਪਣੇ ਗਿਆਨ ਦੇ ਸਰੂਪ ਦੇ ਗਿਆਨ ਦੇ ਸਹਿਤ ਆ, ਉਹ ਤੇ ਲੀਲਾ ਵਤ ਕਰੇ ਭੋਗ। ਉਹ ਬੱਚਿਆਂ ਦੀ ਜਿਹੜੀ ਵਤ ਕਹੀਏ ਵਾਂਗ, ਬੱਚਿਆਂ ਦੀ ਤਰ੍ਹਾਂ ਜਿਹੜੀ ਲੀਲਾ ਹੀ ਕਰਦੇ ਆ, ਕੌਤਕ ਹੀ ਕਰਦੇ ਆ, ਜਾਂ ਬੱਚਿਆਂ ਦੀ ਲੀਲਾਵਾਂ ਕਰਦੇ ਆ। ਤੇ ਬੱਚਿਆਂ ਲੀਲਾਵਾਂ ਕਰਦੇ ਹੋਏ ਕੇਵਲ ਪਰਮੇਸ਼ਰ ਦੇ ਹੁਕਮ ਅਨੁਸਾਰ ਇਸ ਦੇਹ ਨੂੰ ਪਾਲਣ ਵਾਸਤੇ ਪਦਾਰਥ ਛਕਦੇ ਆ, ਤੇ ਪਦਾਰਥ ਛਕਦੇ ਆ, ਕੱਪੜੇ ਪਾਉਂਦੇ ਆ, ਇੱਧਰ ਉੱਧਰ ਦਾ ਕੋਈ ਜਿਵੇਂ ਕੰਮ ਹੁੰਦਾ ਉਹ ਵੀ ਕਰਦੇ ਆ। ਬੱਚਿਆਂ ਦੀ ਲੀਲਾਵਾਂ ਜਿਹੜੇ ਗਿਆਨਵਾਨ ਪੁਰਸ਼ ਆ, ਬਾਕੀ ਉਹਨਾਂ ਨੂੰ ਕੋਈ ਇੱਛਾ ਨਹੀਂ। ਘਟ ਵਸ ਹੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਗੋਪਾਲ। ਚਰਨ ਕਮਲ ਪਰਮੇਸ਼ਰ ਦੇ ਘਟ ਹਿਰਦੇ ਜੋ ਵਸਦੇ ਆ, ਰਸਨਾ ਤੋਂ ਗੋਪਾਲ ਜਪਦੇ ਆ ਮਹਾਤਮਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਐਸਾ ਜੋ ਪ੍ਰਭੂ ਹੈ ਨਾ, ਜਿਹਨੂੰ ਮਹਾਤਮਾ ਜਪਦੇ ਉਹਨੂੰ ਸਿਮਰੀਏ, ਤੇ ਇਹ ਦੇਹੀ ਨੂੰ ਜੋ ਕਰਮਾਂ ਅਨੁਸਾਰ ਪਾਲੀਏ। ਭਾਵ ਵੀ ਉਹ ਜਿਹੜਾ ਛਕਣਾ ਛਕਾਉਣਾ ਉਹ ਤੇ ਸੁੱਤੇ ਸਿੱਧੀ ਬਣਿਆ, ਕਿੰਨੇ ਦਿਨ ਨਹੀਂ ਖਾਵਾਂਗੇ, ਉਹ ਤੇ ਖਾਣਾ ਹੀ ਖਾਣਾ, ਪਰ ਇਹਦੀ ਨਿਰਵਾਹ ਕਰਨ ਵਾਸਤੇ ਭੁੱਖ ਲੱਗੀ ਆ ਤੇ ਛਕ ਲੈਣਾ। ਮਤਲਬ ਇਹਨੂੰ ਇਹ ਨਹੀਂ ਪਾਲਣਾ ਨੂੰ ਐ ਖਾ ਖਾ ਕੇ ਕਿਤੇ ਦਵਾਈਆਂ ਦੇ ਬਣਾਇਆ ਹੋਵੇ, ਪਰ ਲੱਭਦ ਅਨੁਸਾਰ ਜੋ ਮਿਲ ਗਿਆ ਉਹਨੂੰ ਛਕ ਲੈਣਾ, ਸਤਿਨਾਮ ਕਹਿ ਕੇ ਸ਼ੁਕਰਾਨਾ ਕਰਨਾ ਪਰਮੇਸ਼ਰ ਦਾ। ਇਸ ਕਰਕੇ ਇਹ ਗੁਰੂ ਜੀ ਜਿਹੜੇ ਆਤਮਵਾਨ ਆ, ਗਿਆਨੀ ਮਹਾਂਪੁਰਸ਼ ਆ, ਗਿਆਨਵਾਨ ਆ, ਉਹ ਦੁਨੀਆ ਦੇ ਜਿਹੜੇ ਭੋਗ ਵਿਲਾਸ ਆ ਨਾ, ਭੋਗ ਕਰੀੜਾ ਵਿਵਹਾਰ ਬਾਲਕ ਦੀ ਲੀਲਾ ਦੇ ਵਤ, ਲੀਲਾ ਦੀ ਖੇਡ ਦੀ ਤਰ੍ਹਾਂ ਕਰਦੇ ਆ। ਵਸਤ ਬੁੱਧ ਕਛੂ ਨਾ ਗਏ ਹੈ, ਪਰ ਬੁੱਧੀ ਵਿੱਚ ਕਿਸੇ ਵਸਤੂ ਨੂੰ ਸੱਚ ਮੰਨ ਕੇ ਕਾਛ ਕਹੀਏ ਥੋੜੇ ਮਾਤਰ ਵੀ ਵਸਤ, ਜਿਹੜੀ ਵਸਤੂ ਆ ਭਾਵ ਪਦਾਰਥ ਆ, ਉਹਨੂੰ ਉਹ ਗ੍ਰਹਿਣ ਨਹੀਂ ਕਰਦੇ। ਬੁੱਧੀ ਵਿੱਚ ਇਸ ਨੂੰ ਸੱਚ ਮੰਨ ਕੇ ਨਾ ਕਿ ਇਹ ਸਦਾ ਰਹਿਣੀ ਆ, ਇਸ ਭਾਵ ਨਾਲ ਉਹ ਗ੍ਰਹਿਣ ਨਹੀਂ ਕਰਦੇ ਸੱਚੀ ਮੰਨ ਕੇ। ਵਸਤ ਬੁੱਧ ਕਛੂ ਨੰਗ, ਕਛ ਨੰਗ ਹੈ, ਕਛ ਨਾ ਪਾਠ ਸਹੀ, ਕਛੂ ਪਾਠ ਨਹੀਂ ਹੈ, ਕਛ ਪਾਠ ਸਹੀ। ਉਹਨਾਂ ਦੀ ਜਿਹੜੀ ਬੁੱਧੀ ਆ ਨਾ, ਕਛ ਕਹੀਏ ਕੁਝ ਵੀ ਵਸਤੂਆਂ ਨੂੰ ਗ੍ਰਹਿਣ ਨਹੀਂ ਕਰਦੀ। ਭਾਵ ਪਦਾਰਥਾਂ ਦੇ ਛਕਣ ਛਕਾਉਣ ਦਾ ਲੋਭ, ਤੇ ਪਦਾਰਥਾਂ ਨੂੰ ਜੋੜ ਲਈਏ, ਇਸ ਤਰ੍ਹਾਂ ਜੋੜਦੇ ਨਹੀਂ। ਜਿਹੋ ਜਿਹਾ ਮਿਲ ਗਿਆ ਪਰਮੇਸ਼ਰ ਦੇ ਹੁਕਮ ਅਨੁਸਾਰ ਛਕ ਲੈਂਦੇ ਆ, ਜੋ ਪਦਾਰਥ ਜੁੜ ਗਿਆ ਨੂੰ ਰੱਖ ਲੈਂਦੇ, ਸਮੇਂ ਆਉਂਦੇ ਨੂੰ ਵਰਤ ਲੈਂਦੇ ਆ। ਧੀਰਜਵਾਨ ਅਰੋਗ, ਸਦਾ ਧੀਰਜਵਾਨ ਗਿਆਨੀ ਪੁਰਸ਼ ਰਹਿੰਦਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਨਿੰਦਾ ਚੁਗਲੀ ਰਾਗ ਦਵੈ ਹੰਤਾ ਮਮਤਾ, ਇਹ ਬੜੇ ਵੱਡੇ ਰੋਗ ਆ। ਇਹਨਾਂ ਰੋਗਾਂ ਤੋਂ ਆਹ ਕਹੀਏ ਰਹਿਤ ਰਹਿੰਦੇ। ਅਵਿਦਿਆ, ਮਨ ਦੀ ਚੰਚਲਤਾ ਵੀ ਰੋਗ ਹੀ, ਅਗਿਆਨ ਦੇ ਪੜਦੇ ਰੋਗ, ਇਹਨਾਂ ਰੋਗਾਂ ਤੋਂ ਰਹਿਤ ਰਹਿੰਦੇ। ਧੀਰਜਵਾਨ ਰਹਿੰਦੇ ਆ, ਕਾਹਲੀ ਨਹੀਂ ਪੈਂਦੇ, ਸਹਿਜ ਅਵਸਥਾ ਵਾਲੇ ਰਹਿੰਦੇ, ਰੋਗਾਂ ਤੋਂ ਰਹਿਤ ਰਹਿੰਦੇ, ਹਰੇਕ ਰੋਗ ਤੋਂ ਰਹਿਤ ਰਹਿੰਦੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਰੋਗ ਨਹੀਂ ਹੈ ਉਹਨਾਂ ਨੂੰ। ਸਰੀਰ ਕਰਕੇ ਤੇ ਰੋਗ ਚਲੋ ਆ ਹੀ ਜਾਂਦਾ, ਪ੍ਰਾਰਬਧ ਕਰਕੇ, ਕਿਉਂਕਿ ਸਰੀਰ ਪਾਇਆ ਹੀ ਇਸ ਕੰਮ ਨੂੰ ਕਿ ਇੰਨੇ ਸਮੇਂ ਤੇ ਰੋਗ ਆਉਣਾ, ਦੁੱਖ ਆਉਣਾ, ਤੇ ਉਹਦੇ ਕਰਕੇ ਹੀ ਸਰੀਰ ਛੱਡਿਆ ਜਾਣਾ, ਉਹ ਰੋਗ ਤੇ ਹੁੰਦਾ। ਪਰ ਅੰਤਰੀ ਰੋਗ, ਹਿਰਦੇ ਦਾ ਰੋਗ ਨਹੀਂ ਕੋਈ ਇਹਨਾਂ ਨੂੰ ਹੁੰਦਾ।
ਮਨ ਦਾ ਰੋਗ ਨਹੀਂ ਹੁੰਦਾ, ਬਾਣੀ ਦਾ ਰੋਗ ਨਹੀਂ ਹੁੰਦਾ। ਸਰੀਰਕ ਰੋਗ ਤੇ ਚਲੋ ਇਹ ਤੇ ਸੁੱਖ ਦੁੱਖ ਦੋਈ ਦਰ ਕੱਪੜੇ ਪਹਿਰੇ ਜਾਏ ਮਨੁੱਖੇ ਤੇ ਆ ਹੀ ਜਾਂਦਾ। ਸ਼੍ਰੀ ਰਾਮ ਚੰਦਰ ਭਗਵਾਨ ਹੋਣਾ ਨੇ ਸਭ ਨੇ ਸਰੀਰ ਕਰਕੇ ਤੇ ਕਸ਼ਟ ਝੱਲਿਆ ਹੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਕੋਈ ਕਸ਼ਟ ਨਹੀਂ ਹੈ, ਪਰ ਤਤੀ ਲੋ ਤੇ ਬੈਠ ਕੇ ਉਹ ਚਿੰਨ੍ਹ ਜਿਹੜੇ ਫਲੂਏ ਜੇ ਸੀ ਦਿਖਾ ਦਿੱਤੇ ਸੀ, ਸਰੀਰ ਕਰਕੇ ਕਸ਼ਟ ਜਾਂ ਪ੍ਰਗਟ ਕੀਤਾ, ਪਰ ਮਹਾਰਾਜ ਨੂੰ ਉਂਝ ਕੋਈ ਕਸ਼ਟ ਨਹੀਂ ਹੈ। ਸੁੱਖ ਰੂਪ ਵਿੱਚ ਹੀ ਸਨ, ਆਨੰਦ ਵਿੱਚ ਹੀ ਸਨ। ਧੀਰ ਜਵਾਨ ਵੀ ਸਤਿਗੁਰੂ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੋਗਾਂ ਤੋਂ ਵੀ ਰਹਿਤ। ਦੋਹਰਾ ਅਗਿਆਨੀ ਆਸਕਤ ਮਤ, ਪਰ ਇਹ ਗੁਰੂ ਜੀ ਜਿਹੜੀ ਅਗਿਆਨੀ ਦੀ ਮੱਤ ਆ ਨਾ, ਉਹ ਸੰਸਾਰ ਦੇ ਪਦਾਰਥਾਂ ਵਿੱਚ ਅਸਕਤ ਕਹੀਏ ਮੋਹਤ ਹੋਈ ਹੁੰਦੀ। ਅਸਕਤ ਦਾ ਅਰਥ ਜਿਹੜਾ ਮੋਹ ਵਿੱਚ ਰਹਿੰਦੀ ਹੈ। ਅਗਿਆਨੀ ਦੀ ਭਾਵ ਜਿਹੜਾ ਗਿਆਨ ਤੋਂ ਹੀਣਾ ਨਾ, ਅਗਿਆਨੀ ਪੁਰਸ਼ ਨਹੀਂ ਹੈ। ਸਤਿਗੁਰ ਦੀ ਸਿੱਖਿਆ ਤੋਂ ਅਧੂਰਾ ਅਗਿਆਨੀ ਮਨਮੁਖ ਕਹਿ ਲਓ, ਉਹਦੀ ਜਿਹੜੀ ਮਤ ਬੁੱਧੀ ਆ ਅਕਲਿਆ ਉਸ ਸੰਸਾਰ ਦੇ ਪਦਾਰਥਾਂ ਵਿੱਚ ਹੀ ਅਸਕਤ ਮੋਹਿਤ ਰਹਿੰਦੀ ਆ, ਭਾਵ ਲੀਨ ਰਹਿੰਦੀ। ਕਰਿਆ ਸੋ ਬੰਧਨ ਹੇਤ, ਇਸੇ ਕਰਕੇ ਸੋ ਗਈ ਉਹ ਪਦਾਰਥ ਅਗਿਆਨੀ ਜੀਵ ਦੇ ਸੰਸਾਰਕ ਜੰਮਣ ਮਰਨ ਦੇ ਬੰਧਨ ਜੰਜਾਲਾਂ ਦਾ ਹੇਤ ਕਾਰਨ ਬਣਨਾ ਕਰਦੇ ਆ। ਕਰਿਆ ਸੋ ਬੰਧਨ ਹੇਤ, ਫਿਰ ਉਹ ਜਿਹੜੇ ਬੰਧਨ ਆ ਨਾ ਪਦਾਰਥ ਅਗਿਆਨੀ ਜੀਵ ਦੇ ਲਈ ਹੇਤ ਕਾਰਨ ਬਣਦੇ ਆ। ਉਹ ਪਦਾਰਥ ਬੰਧਨ ਬਣਦੇ ਆ, ਜੰਮਣ ਮਰਨ ਦਾ ਬੰਧਨ ਬਣ ਕੇ ਬੜਾ ਵੱਡਾ ਹੇਤ ਕਾਰਨ ਬਣਨਾ ਕੀ ਕਰਦੇ ਆ। ਕਿਉਂਕਿ ਅਗਿਆਨੀ ਦੀ ਕਿਰਿਆ ਹੀ ਹੰਗਤਾ ਸਹਿਤ, ਇਸ ਲਈ ਉਹਦੀ ਕਿਰਿਆ ਕਰਮ ਬਣ ਕੇ ਦੁੱਖ ਤੇ ਸੁੱਖ ਦਾ ਹੇਤੂ ਕਾਰਨ ਬਣਦੀ। ਅਗਿਆਨੀ ਜੋ ਵੀ ਵਿਹਾਰ ਕਰਦਾ ਉਹ ਬੰਧਨ ਵਾਸਤੇ, ਬੰਧਨ ਹੇਤ ਬੰਧਨਾਂ ਵਾਸਤੇ ਕਰਦਾ। ਉਹ ਕਹੀਏ ਉਹ ਅਗਿਆਨੀ ਬੰਧਨ ਹੇਤ ਬੰਧਨਾਂ ਵਾਸਤੇ ਹੀ ਕਰਦਾ, ਕਿਉਂਕਿ ਉਹਦੇ 'ਚ ਹੰਗਤਾ ਮਮਤਾ। ਉਹ ਜਿਹੜਾ ਕਰਮ ਕਰੂਗਾ, ਭਾਵੇਂ ਧਰਮ ਦਾ ਕਰੇ ਭਾਵੇਂ ਆਮ ਸਮਾਜਿਕ ਸੇਵਾ ਕਰੇ, ਉਹਨੇ ਕਹਿਣਾ ਮੈਂ ਕੀਤਾ। ਜਦੋਂ ਕਹਿਤਾ ਮੈਂ ਕੀਤਾ ਤੇ ਫਿਰ ਉਹਦਾ ਭੋਗਤਾ ਬਣਨਾ ਪੈਣਾ। ਚੰਗਾ ਹੋਊਗਾ ਤੇ ਸੁੱਖ ਮਾਣ ਲੂਗਾ ਤਾਂ ਪੁੰਨਾਂ ਦਾ ਸੁੱਖ ਮਾਣ ਲੂ, ਜੇ ਮਾੜਾ ਕਰੂ ਮਾੜੇ ਕਰਮ ਦਾ ਪਾਪ ਕਰਮ ਦਾ ਦੁੱਖ ਭੋਗ ਲੂ। ਕਿਉਂਕਿ ਜਿਹੜਾ ਕਰਤਾ ਉਹ ਭੋਗਤਾ ਵੀ ਹੈ। ਗਿਆਨੀ ਦਾ ਕਰਤਾ ਹੈ ਨਾ ਭੋਗਤਾ। ਉਹਦਾ ਕਰਮ ਕਿਰਿਆ ਸਿਰਫ ਈਸ਼ਵਰ ਨੂੰ ਸਮਰਪਿਤ ਸੁਤੇ ਸੇਧੀ ਹੁੰਦੀ ਰਹਿੰਦੀ। ਇਸ ਕਰਕੇ ਅਗਿਆਨੀ ਤੇ ਜਿਹੜਾ ਨਾ ਉਹ ਦੁੱਖ ਇਸੇ ਕਰਕੇ ਲੈਂਦਾ, ਕਾਹਦੀ ਕਰਕੇ? ਹੰਗਤਾ ਕਰਕੇ ਮਮਤਾ ਕਰਕੇ ਮੈਂ ਮੇਰੀ ਕਰਕੇ ਤੇ ਹਉਮੈ ਹੀ ਬੰਧਨਾ ਫਿਰ ਜੋਨੀ ਪਾਹੇ। ਹਉਮੈ ਹੀ ਬੰਧਨ ਆ। ਕਾਹਦਾ ਬੰਧਨ ਆ? ਫਿਰ ਜੂਨੀ ਪਾਹੇ, ਫਿਰ ਜੂਨਾਂ ਵਿੱਚ ਸੁੱਟਿਆ ਜਾਂਦਾ। ਕਿਉਂਕਿ ਮੈਂ ਮੇਰੀ ਕਰਨਾ ਛੱਡਦਾ ਨਹੀਂ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਇਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪੋ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ। ਇਸੇ ਤਰ੍ਹਾਂ ਦੀ ਹਾਲਤ ਇਹ ਸਭ ਉਹ ਹੰਗਤਾ ਦਾ ਹੀ ਭਾਵ ਅਗਿਆਨੀ ਦਾ ਹੀ ਸਾਰਾ ਦੱਸਿਆ। ਉਹ ਵੇਖੋ ਵੀ ਅਗਿਆਨੀ ਅਸਕਤ ਮੱਤ, ਵੀ ਅਗਿਆਨੀ ਦੀ ਮੱਤ ਜਿਹੜੀ ਬੁੱਧੀ ਆ ਉਹ ਮੋਹਿਤ ਹੋਈ ਰਹਿੰਦੀ ਹਰੇਕ ਬੰਧਨ ਵਿੱਚ, ਆਪਣੇ ਕਰਮ ਕਿਰਿਆ ਵਿੱਚ ਹੀ। ਹੋਂ ਵਿੱਚ ਆਇਆ, ਹੋਂ ਵਿੱਚ ਹੀ ਮੈਂ ਆਇਆ, ਵੀ ਮੈਂ ਹੀ ਆਇਆ ਹਾਂ। ਹੋਂ ਵਿੱਚ ਹੀ ਉਹ ਚਲਿਆ ਜਾਂਦਾ ਹੈ, ਹੋਂ ਵਿੱਚ ਹੀ ਜੰਮ ਪੈਂਦਾ, ਹੋਂ ਵਿੱਚ ਹੀ ਮਰ ਜਾਂਦਾ, ਹੋਂ ਵਿੱਚ ਹੀ ਖੱਟਦਾ, ਹੋਂ ਵਿੱਚ ਹੀ ਦਿੰਦਾ। ਇਸ ਪ੍ਰਕਾਰ ਬੰਧਨਾਂ ਦਾ ਕਾਰਨ ਹੇਤ ਬੰਧਨਾਂ ਦਾ ਕਾਰਨ ਬਣਦੀ ਹੈ, ਭਾਵ ਜੰਮਣ ਮਰਨ ਰੂਪੀ ਬੰਧਨਾਂ ਦਾ ਕਾਰਨ ਬਣਦਾ ਹੈ ਅਗਿਆਨੀ ਦੀ ਮੱਤ। ਉਹਦੀ ਮੱਤ ਹੀ ਉਹਨੂੰ ਪੁੱਠੇ ਪਾਸੇ ਲਾਉਂਦੀ, ਜਿਹਦੇ ਕਾਰਨ ਉਹਨੂੰ ਬੰਧਨ ਪੈਂਦੇ। ਗਿਆਨੀ ਕਹਿ ਆਸਕਤ ਨਾ ਹੈ। ਜਿਹੜਾ ਅਸਕਤ ਪਾਠ ਹੈ ਨਾ, ਦੋਵੇਂ ਥਾਵਾਂ ਤੇ ਆਇਆ ਇੱਥੇ। ਇਹਦੇ ਤੱਤੇ ਨੂੰ ਸਿਆਰੀ ਹੈ।
ਉੱਤੇ ਵੀ ਪਹਿਲੀ ਤੁਕ 'ਚ ਤੇ ਇੱਥੇ ਗਿਆਨੀ ਕੇ ਅਗਿਆਨੀ ਆਸਕਤ ਮਤ, ਉੱਥੇ ਵੀ ਆਸਕਤ ਦੇ ਤੱਤੇ ਨੂੰ ਸਿਹਾਰੀ ਹੈ ਤੇ ਗਿਆਨੀ ਕੇ ਆਸਕਤ ਨਹੀਂ, ਇੱਥੇ ਵੀ ਤੱਤੇ ਨੂੰ ਸਿਹਾਰੀ ਹੈ। ਪਰ ਗਿਆਨੀ ਪੁਰਸ਼ ਦੀ ਜਿਹੜੀ ਬੁੱਧੀ ਆ ਨਾ, ਮਤ ਆ, ਉਹਦੇ ਵਿੱਚ ਪਦਾਰਥਾਂ ਦਾ ਆਸਕਤ ਕਹੀਏ ਮੋਹ ਨਹੀਂ ਹੈ। ਉਹ ਮੋਹਿਤ ਨਹੀਂ ਪਦਾਰਥਾਂ ਵਿੱਚ ਹੁੰਦੀ। ਉਹ ਤੇ ਪਰਮੇਸ਼ਰ ਵੱਲੋਂ ਸੋਤੇ ਸਿੱਧ ਜੋ ਮਿਲ ਗਿਆ ਪ੍ਰਾਪਤ, ਉਹਨੂੰ ਸਤ ਕਰਕੇ ਮੰਨ ਲੈਂਦੇ ਤੇ ਆਪਣਾ ਆਪ ਨਹੀਂ ਜਣਾਉਂਦੇ ਕਿਸੇ ਵੀ ਕਰਮ ਕਿਰਿਆ ਵਿੱਚ, ਧਰਮ ਦੀ ਕਿਰਿਆ ਵਿੱਚ ਜਾਂ ਸਮਾਜਿਕ ਕਿਰਿਆ ਵਿੱਚ। ਮੈਂ ਮੇਰੀ ਨਹੀਂ ਕਰਦੇ, ਹੰਗਤਾ ਨਹੀਂ ਕਰਦੇ। ਤੇ ਗਿਆਨੀ ਦੀ ਜਿਹੜੀ ਬੁੱਧੀ ਆ, ਉਹ ਪਦਾਰਥਾਂ ਵਿੱਚ, ਸੰਸਾਰ ਵਿੱਚ, ਕਿਸੇ ਵੀ ਕਰਮ ਵਿੱਚ ਅਸਕਤ ਮੋਹੀ ਨਹੀਂ। ਤਜੈ ਨਾ ਕਛ ਗਹਿ ਲੇਤ, ਇਸੇ ਲਈ ਉਹ ਕਿਸੇ ਪਦਾਰਥ ਨੂੰ ਕਛ ਕਈ ਥੋੜੇ ਮਾਤਰ ਵੀ ਗਹਿ ਗ੍ਰਹਿਣ ਨਹੀਂ ਕਰਦੇ, ਸਗੋਂ ਭਲਕੇ ਤਜੈ, ਉਹ ਤਿਆਗ ਦਿੰਦੇ ਆ। ਗ੍ਰਹਿਣ ਹੀ ਨਹੀਂ ਕਰਦੇ, ਤਿਆਗ ਦੀ ਕਰਨਾ। ਜਿਹੜਾ ਗ੍ਰਹਿਣ ਕਰੂ ਉਹ ਤਿਆਗ ਕਰੂ, ਜਿਹੜਾ ਫੜੂ ਉਹ ਛੱਡੂ ਨਾ। ਉਹ ਫੜਦੇ ਹੀ ਨਹੀਂ ਆ ਤੇ ਫਿਰ ਛੱਡਣਾ ਉਹਨਾਂ ਕੀ। ਨਾ ਹੀ ਉਹ ਕੁਝ ਤਿਆਗ ਭਾਵ ਤਜੇ ਨਾ ਤਾਂ ਕੁਝ ਤਿਆਗਦੇ ਆ, ਨਾ ਕੁਝ ਉਹ ਗ੍ਰਹਿਣ ਕਰਦੇ। ਮੁੱਕਦੀ ਗੱਲ, ਕੁਝ ਗ੍ਰਹਿਣ ਨਹੀਂ ਕਰਦੇ ਤੇ ਕੁਝ ਕਿਸੇ ਤੋਂ ਲੈਣ ਦੀ ਇੱਛਾ ਨਹੀਂ ਕਰਦੇ। ਮਤਲਬ ਜਦੋਂ ਉਹਨਾਂ ਨੂੰ ਕੁਝ ਮਿਲ ਜਾਏ ਨਾ, ਤੇ ਉਹ ਜਿਸੇ ਤਰ੍ਹਾਂ ਪਿਆਸ ਇਤਨਾ ਪਿਆ ਹੈ, ਪ੍ਰਾਲਬਧ ਅਨੁਸਾਰ ਛਕ ਛਕਾ ਲੈਂਦੇ। ਇਹ ਨਹੀਂ ਸੋਚਦੇ ਮੈਨੂੰ ਮਿਲਿਆ ਹੈ ਤੇ ਨਾ ਉਹ ਜਿਹੜਾ ਲੈਣ ਦੀ ਇੱਛਾ ਹੀ ਕਰਦੇ ਆ। ਜਦੋਂ ਉਹਨਾਂ ਨੇ ਪਈ ਹੋਈ ਵਸਤੂ ਗ੍ਰਹਿਣ ਹੀ ਨਹੀਂ ਕੀਤੀ, ਉਹਦਾ ਤਿਆਗ ਵੀ ਕੀ ਕਰਨਾ। ਜਿਹੜਾ ਗ੍ਰਹਿਣ ਕਰੂ ਤਿਆਗ ਵੀ ਇਹੋ ਕਰੂ, ਠੀਕ ਆ। ਜਿਹਨੇ ਗ੍ਰਹਿਣ ਹੀ ਨਹੀਂ ਕੀਤਾ ਉਹ ਤਿਆਗ ਕੀ ਕਰੂਗਾ, ਠੀਕ ਹੈ ਜੀ। ਇਹ ਗਿਆਨੀ ਦੀ ਬੁੱਧੀ ਜਿਹੜੀ ਆ ਅਸਕਤ ਨਹੀਂ ਆ, ਕੰਮਾਂ ਕਾਰਾਂ ਵਿੱਚ, ਸੰਸਾਰ ਪਦਾਰਥਾਂ ਵਿੱਚ ਲੀਨ ਨਹੀਂ ਆ। ਤੇ ਉਹਨਾਂ ਨੇ ਉਹ ਬੁੱਧੀ ਜਿਹੜੀ ਤਜੇ ਛੱਡੀ ਹੋਈ ਆ ਤੇ ਕੁਝ ਵੀ ਗ੍ਰਹਿਣ ਨਹੀਂ ਕਰ। ਤਜੇ ਨਾ ਕਛ ਗਹਿ ਲੇਤ, ਗਹਿ ਪਾਠ ਗੱਗੇ ਨੂੰ ਗੱਗਾ ਹਾਏ ਸਿਆਰੀ ਗਹਿ ਪਾਠ ਵੀ ਹੈਗਾ ਵਾ, ਤੇ ਗੱਗਾ ਹਾਏ ਦਲਾਵਾਂ ਪਾਠ ਵੀ ਮੰਨਿਆ ਹੈ। ਜਿਵੇਂ ਤਜੇ ਲਿਖਿਆ ਇਸ ਤਰ੍ਹਾਂ ਗਹਿ ਲਿਖਿਆ, ਕਈ ਥਾਵਾਂ ਤੇ ਗੱਗਾ ਹਾਏ ਸਿਆਰੀ ਗਹਿ ਲਿਖਿਆ। ਇਸ ਤਰ੍ਹਾਂ ਅਰਥ ਮਤਲਬ ਦੋਵੇਂ ਬਣਦਾ, ਗ੍ਰਹਿਣ ਹੀ ਬਣਦਾ। ਮੁੱਕਦੀ ਗੱਲ। ਮੋਹ ਗਿਆਨੀ ਦੇ ਬੁੱਧੀ ਵਿੱਚ ਮੋਹ ਪੁਣਾ ਨਹੀਂ ਹੈਗਾ। ਮੋਹ ਹੋਣ ਕਰਕੇ ਹੀ ਉਹ ਤਜੇ ਛੱਡ ਦਿੰਦੇ ਆ ਵਸਤੂ, ਜਦੋਂ ਮੋਹ ਹੀ ਨਹੀਂ ਹੈਗਾ। ਤੇ ਨਾ ਕਛ ਗਹਿ ਲੇਤ, ਤੇ ਗ੍ਰਹਿਣ ਕੁਝ ਕਰਦੇ ਨਹੀਂ। ਮੋਹ ਹੋਊਗਾ ਤੇ ਭੱਜ ਕੇ ਚੀਜ਼ ਨੂੰ ਪੈਣੀ, ਹਾਂ ਇਹ ਤਾਂ ਮੈਨੂੰ ਚਾਹੀਦੀ ਸੀ, ਮੈਨੂੰ ਜ਼ਰੂਰਤ ਹੈ। ਉਹਨਾਂ ਦੀ ਬੁੱਧੀ ਮੋਹ ਤੇ ਨਹੀਂ, ਤੇ ਫਿਰ ਉਹ ਕੀ ਆ। ਮਤਲਬ ਜਿਵੇਂ ਮਹਾਂਪੁਰਸ਼ ਹੁੰਦੇ ਨਾ, ਉਹਨਾਂ ਅੱਗੇ ਕਿੰਨੇ ਪਦਾਰਥ ਪਏ ਹੁੰਦੇ, ਉਹਨਾਂ ਨੂੰ ਕੋਈ ਇੱਛਾ ਨਹੀਂ ਹੁੰਦੀ। ਤੇ ਤਿਆਗਣ ਲੱਗਾ ਵੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਜਿੱਧਰ ਆਇਆ ਉੱਧਰ ਹੀ ਲਾ ਦਿੰਦੇ। ਮਾਇਆ ਆਉਂਦੀ ਹੈ, ਇਸੇ ਤਰ੍ਹਾਂ ਗੁਰੂ ਘਰ ਲਾ ਦਿੰਦੇ। ਮਤਲਬ ਉਹ ਆਈ ਮਾਇਆ ਗੁਰੂ ਘਰ ਲਾ ਦਿੱਤੀ ਨਾ, ਤੇ ਉਹਨਾਂ ਨੇ ਉਹ ਮਾਇਆ ਵੇਖੋ ਤਜੇ ਨਾ ਛੱਡੀ ਵੀ ਨਹੀਂ ਹੈ, ਤੇ ਉਹਨਾਂ ਛੱਡੀ ਵੀ ਨਹੀਂ ਹੈ, ਤੇ ਗ੍ਰਹਿਣ ਵੀ ਕਰ ਲਈ ਹੈ। ਮਤਲਬ ਏਦਾਂ ਹੀ ਆਈ ਆ ਤੇ ਪਰੇ ਦੀ ਪਰੇ, ਆਪਣੇ ਵਿੱਚ ਨਹੀਂ ਨਾ ਰੱਖੀ। ਮਤਲਬ ਆਪ ਨਾ ਉਹਦਾ ਕੁਝ ਲਿਆ, ਨਾ ਉਹਦਾ ਕੁਝ ਛੱਡਿਆ ਹੀ। ਮਤਲਬ ਇੱਧਰੋਂ ਆਈ ਮਾਇਆ, ਬਾਹਰ ਦੀ ਬਾਹਰ ਹੀ ਆਈ ਆ। ਹਾਂਜੀ, ਇਸ ਤਰ੍ਹਾਂ ਉਹਨਾਂ ਨੇ ਤਜੇ ਕੀ ਤਿਆਗੀ ਆ ਤੇ ਜਾਂ ਗ੍ਰਹਿਣ ਕੀਤੀ ਹੈ। ਤੇ ਉਹ ਲਾ ਦਿੱਤੀ, ਇਸ ਕਰਕੇ ਤਿਆਗੀ। ਜਿਹੜੀ ਲਾ ਦਿੱਤੀ ਉਹ ਤਿਆਗ ਦਿੱਤੀ ਹੈ, ਜਿਹੜੀ ਆ ਗਈ ਉਹ ਗ੍ਰਹਿਣ ਕਰ ਲਈ। ਮਤਲਬ ਆਪ ਉਹਨਾਂ ਵਿੱਚੋਂ ਕੁਝ ਨਹੀਂ ਕੀਤਾ। ਦੋਹਰਾ ਹਾਂ ਅੰਬੋਧ ਅਨੰਤ ਗਤ, ਹੇ ਸਤਿਗੁਰੂ ਜੀ, ਹੇ ਗੁਰੂ ਜੀ,
ਮੈਂ ਹੋਂ ਕਹੀਏ ਮੈਂ ਬ੍ਰਹਮ ਦੀ ਸੱਤਾ ਰੂਪ ਜਾਂ ਹੋਂ ਦਾ ਅਰਥ ਮੇਰਾ ਵੀ ਹੁੰਦਾ। ਮੇਰਾ ਜਿਹੜਾ ਆਤਮ ਸਰੂਪ ਆ ਉਹ ਤੇ ਅੰਬ ਓਤ ਹੋੜੇ ਵਿੱਚ ਊੜਾ ਨਿਕਲਣਾ ਬਣ ਜਾਣਾ। ਅੰਬ ਦਾ ਅਰਥ ਪਾਣੀ ਹੁੰਦਾ, ਉਹਦਾ ਅਰਥ ਦਾ ਸਮੁੰਦਰ ਹੁੰਦਾ। ਮੇਰਾ ਜਿਹੜਾ ਆਤਮ ਸਰੂਪ ਆ ਉਹ ਤੇ ਪਾਣੀ ਦਾ ਸਮੁੰਦਰ ਹੈ। ਜਾਂ ਵੀ ਇਹ ਗੁਰੂ ਜੀ ਮੈਂ ਹੋਂ ਕਹੀਏ ਮੈਂ ਤਾਂ ਬ੍ਰਹਮ ਦੀ ਸੱਤਾ ਰੂਪ ਹਾਂ, ਜਿਸ ਕਰਕੇ ਬ੍ਰਹਮ ਦੀ ਸੱਤਾ ਰੂਪ ਹੋਣੇ ਕਰਕੇ ਅੰਬ ਓਦ ਸੱਤਾ ਰੂਪ ਜਿਹੜਾ ਅੰਬ ਉਹ ਪਾਣੀ ਆ, ਉਹਦਾ ਹੀ ਓਦ ਕਹੀਏ ਸਮੁੰਦਰ ਹਾਂ, ਅਤੇ ਅਨੰਤ ਅੰਤ ਤੋਂ ਰਹਿਤ ਹਾਂ। ਠੀਕ ਹੈ ਜੀ। ਅਨੰਤ ਭਾਵ ਅੰਤ ਤੋਂ ਰਹਿਤ ਭਾਵ ਬੇਅੰਤ ਹਾਂ। ਬੇਅੰਤ ਗਤ ਡੂੰਘਾਈ ਦੀ, ਗਤ ਗਈ ਚਾਲ ਵਾਲਾ, ਹਾਲਤ ਵਾਲਾ ਹਾਂ, ਮਰਿਆਦਾ ਵਾਲਾ ਹਾਂ। ਗਤ ਦਾ ਅਰਥ ਹੁੰਦਾ ਚਾਲ ਵੀ, ਮਰਿਆਦਾ ਵੀ। ਚਾਲ ਗਤ ਦਾ ਅਰਥ ਹਾਲਤ ਹੀ ਹੁੰਦਾ। ਉਹਦੀ ਕੀ ਗਤ ਹੋਈ ਹੈ, ਭਾਵ ਉਹਦੀ ਹਾਲਤ ਕੀ ਹੋਈ। ਅੰਤ ਤੋਂ ਰਹਿਤ ਡੂੰਘਾਈ ਦੀ, ਗਤ ਚਾਲ ਵਾਲਾ, ਮਰਿਆਦਾ ਵਾਲਾ, ਹਾਲਤ ਵਾਲਾ। ਭਾਵ ਮੈਂ ਬ੍ਰਹਮ ਦੀ ਸੱਤਾ ਰੂਪ ਜਲ ਦਾ ਸਮੁੰਦਰ ਹਾਂ, ਸੱਤਾ ਰੂਪ ਜਲ ਦਾ। ਅੰਤ ਤੋਂ ਰਹਿਤ ਹਾਂ, ਐਸੀ ਚਾਲ ਮਰਿਆਦਾ ਵਾਲਾ ਹਾਂ, ਹਾਲਤ ਵਾਲਾ ਹਾਂ। ਜਾਂ ਵੀ ਹਾਂ ਅੰਬੋਧ ਅਨੰਤ ਗਤ ਅੰਬੋਧ ਦੇ ਧੱਦੇ ਨੂੰ ਵੀ ਸਿਹਾਰੀ ਆ, ਟਿੱਪੀ ਬੱਬੇ ਹੋੜਾ ਧੱਦੇ ਸਿਹਾਰੀ। ਇਹ ਮੇਰਾ ਜਿਹੜਾ ਆਤਮ ਸਰੂਪ ਆ ਇਹ ਗੁਰੂ ਜੀ ਅਨੰਤ ਬੇਅੰਤੀ ਆ। ਤੇ ਅੰਬੋਧ ਅੰਬ ਓਧ ਪਾਣੀ ਦੇ ਭਰੇ ਹੋਏ ਸਮੁੰਦਰ ਵਾਂਗ ਜਿਹੜਾ ਗਤ ਮਰਿਆਦਾ ਵਿੱਚ ਰਹਿਣ ਵਾਲਾ ਮੇਰਾ ਆਤਮ ਸਰੂਪ। ਇਹ ਆਤਮ ਸਰੂਪ ਕਰਕੇ, ਆਤਮਾ ਕਰਕੇ ਸਾਰਾ ਸਰੀਰ ਆ, ਫਿਰ ਵੀ ਆਪਣੀ ਮਰਿਆਦਾ ਵਿੱਚ ਆ। ਜਿਵੇਂ ਸਮੁੰਦਰ ਜਿਹੜਾ ਉਹਦਾ ਪਾਣੀ ਮਰਿਆਦਾ 'ਚ ਰਹਿੰਦਾ, ਨਹੀਂ ਤੇ ਉਸ ਪਾਣੀ ਜ਼ਿਆਦਾ ਧਰਤੀ ਥੋੜ੍ਹੀ ਡੁਬੋ ਸਕਦਾ, ਪਰ ਨੀਵਾਂ ਹੀ ਰਹਿੰਦਾ ਹੈ। ਪਾਣੀ ਦਾ ਸੁਭਾਅ ਹੀ ਹੈ ਨੀਵਾਂ ਰਹਿਣਾ। ਮਰਿਆਦਾ ਪਰਸ਼ੋਤਮ ਜਾਲ ਮਰਿਆਦਾ ਵਿੱਚ ਰਹਿਣ ਵਾਲਾ ਮੇਰਾ ਆਤਮ ਸਰੂਪ ਅਤੇ ਅਨੰਤ ਅੰਤ ਤੋਂ ਰਹਿਤ ਬੇਅੰਤ ਸਰੂਪ ਹੈ। ਪਰਸਿਓ ਚਿੱਤ ਸਮੀਰ ਤੇ ਜਦ ਇਸ ਚਿੱਤ ਨੂੰ ਚਿਤਵਣੀਆਂ ਰੂਪ ਸਮੀਰ ਕਹੀਏ ਹਵਾ ਵਰਸਦੀ ਆ, ਭਾਵ ਪਰਸਿਓ ਛੂਹਣ ਲੱਗਦੀ ਆ। ਪਰਸਿਓ ਚਿੱਤ ਸਮੀਰ ਜਿਸ ਵੇਲੇ ਇਸ ਨੂੰ ਚਿਤਵਣੀ ਰੂਪ ਮੇਰਾ ਪਾਸ ਬੜਾ ਸਰੂਪ ਹੈ ਨਾ, ਉਹ ਤੇ ਬੇਅੰਤੀ ਆ, ਬੜੀ ਮਰਿਆਦਾ ਵਿੱਚ ਰਹਿਣ ਵਾਲਾ ਜਲ ਦੇ ਸਮੁੰਦਰ ਵਾਂਗ ਆ। ਤੇ ਹੁਣ ਸਮੁੰਦਰ ਨੂੰ ਤੇ ਹਵਾ ਵੀ ਪੈਂਦੀ, ਇਸ ਕਰਕੇ ਪ੍ਰਕਰਨ ਜਿਹਾ ਬਣਾ ਕੇ ਕਹਿ ਰਹੇ ਸਮੁੰਦਰ ਦੇ ਨਾਲ ਸਾਰੇ ਅਲੰਕਾਰ ਬੰਨ ਕੇ ਵੀ ਹੇ ਗੁਰਦੇਵ ਜੀ, ਜਿਸ ਵੇਲੇ ਇਸ ਮੇਰੇ ਆਤਮ ਸਰੂਪ ਸਮੁੰਦਰ ਨੂੰ ਚਿੱਤ ਸਮੀਰ ਚਿਤਵਣੀ ਰੂਪ ਸਮੀਰ ਕਹੀਏ ਹਵਾ, ਪਰਸਿਓ ਕਹੀਏ ਛੂਹਣਾ ਕਰਦੀ ਹੈ। ਆਹ ਜਦੋਂ ਇਹ ਫੁਰਨਾ ਉੱਠਦਾ ਕਿ ਮੈਂ ਇੱਕ ਦੋ ਬਹੁਤੇ ਰੂਪ ਹੋ ਜਾਵਾਂ, ਮੈਂ ਮੇਰੇ ਜਦੋਂ ਆਤਮ ਸਰੂਪ ਨੂੰ ਜਿਹੜਾ ਬੇਅੰਤੀ ਸਮੁੰਦਰ ਵਾਂਗ ਮਰਿਆਦਾ ਪਰਸ਼ੋਤਮ ਹਾਲਤ ਵਾਲਾ ਹੈ, ਜਦੋਂ ਚਿੱਤ ਸਮੀਰ ਚਿਤਵਣੀ ਰੂਪ ਹਵਾ ਪਰਸਿਓ ਛੂੰਹਦੀ ਹੈ ਨਾ, ਵੀ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਇਹ ਫੁਰਨਾ ਜਿਹਾ ਉੱਠਦਾ। ਬਾਹੋ ਕਲੋਲ ਤਾਂ ਮੈਂ ਉੱਠੀ, ਤਾਂ ਕਹੀਏ ਉਸ ਵੇਲੇ, ਉਸ ਵੇਲੇ ਬ੍ਰਹਮ ਰੂਪ ਸਮੁੰਦਰ ਤੇ ਮੈਂ ਕਹੀਏ ਵਿੱਚੋਂ ਅੰਦਰੋਂ ਬਾਹੋ ਕਲੋਲ ਬਹੁਤ ਸਾਰੀਆਂ ਕਲੋਲਾਂ ਕਹੀਏ ਲਹਿਰਾਂ ਉੱਠੀਆਂ। ਉਹ ਕਿਹੜੀਆਂ? ਬ੍ਰਹਮਾ ਵਿਸ਼ਨੂੰ ਸ਼ਿਵ ਜੀ ਰੂਪ ਇਹ ਕਲੋਲਾਂ ਉੱਠੀਆਂ। ਨਾਨਾ ਰੂਪ ਸਰੀਰ ਤੇ ਨਾਨਾ ਕਹੀਏ ਅਨੇਕ, ਨਾਨਾ ਬਹੁਤੇ ਜੀਵਾਂ ਦੇ, ਅਨੇਕਾਂ ਜੀਵਾਂ ਦੇ
ਸਰੀਰ ਰੂਪ ਬੁਲਬੁਲੇ ਪੈਦਾ ਹੋ ਗਏ। ਹਾਂਜੀ, ਬਾਹੁ ਕਲੋਲਤਾ ਮੈਂ ਉੱਠੀ ਤਾਂ ਨਾਨਾ ਪ੍ਰਕਾਰ ਦੇ ਸਰੀਰਾ ਰੂਪ ਆਕਾਰਾਂ ਵਾਲੀਆਂ ਕਲੋਲ ਲਹਿਰਾਂ ਉੱਠੀਆਂ ਤੇ ਇਸ ਬ੍ਰਹਮ ਰੂਪੀ ਸਮੁੰਦਰ ਦੇ ਵਿੱਚ ਬਣੀਆਂ। ਜਿਵੇਂ ਸਮੁੰਦਰ ਦੇ ਵਿੱਚ ਹਵਾ ਆਉਣ ਨਾਲ ਤੇ ਲਹਿਰਾਂ ਉੱਠਦੀਆਂ ਨਾ, ਇਸ ਤਰ੍ਹਾਂ ਮੇਰਾ ਜਿਹੜਾ ਆਤਮ ਸਰੂਪ ਆ ਜਾਂ ਗੁਰੂ ਜੀ ਜੋ ਮੇਰਾ ਆਤਮਾ ਬ੍ਰਹਮ ਸਰੂਪ ਆ, ਉਹ ਤੇ ਅਨੰਤ ਬੇਅੰਤ ਆ ਤੇ ਬੇਅੰਤੀ ਗਤ ਚਾਲ ਵਾਲਾ ਮਰਿਆਦਾ ਵਾਲਾ ਵਾ, ਮਰਿਆਦਾ ਪੁਰਸ਼ੋਤਮ ਆ। ਅਸਲ ਵਿੱਚ ਜਦੋਂ ਚਿਤਵਨੀ ਰੂਪ ਜਿਸ ਵੇਲੇ ਚਿਤਵਨੀਆ ਰੂਪ ਬ੍ਰਹਮ ਰੂਪੀ ਸਮੁੰਦਰ ਵਿੱਚ ਚਿਤਵਨੀ ਰੂਪ ਹਵਾ ਨੇ ਸਪਰਸ਼ ਛੋਹਣਾ ਕੀਤਾ, ਬਹੁ ਕਲੋਲਤਾ ਮੈਂ, ਤਦੋਂ ਬਹੁਤ ਉਸ ਵਿੱਚ ਕਲੋਲਾ ਲਹਿਰਾਂ ਉੱਠੀਆਂ। ਰਾਮ ਮਾਇਆ ਰੂਪ ਕਲੋਲ ਉੱਠੀ, ਏਕੋ ਹੰ ਬਹੁ ਸਿਆਮਾ, ਇੱਕ ਤੋਂ ਮੈਂ ਬਹੁਤੇ ਰੂਪ ਹੋ ਜਾਵਾਂ। ਉਸ ਵੇਲੇ ਮਾਇਆ ਦੀ ਉਤਪਤੀ ਹੋਈ, ਜਿਸ ਤੋਂ ਤ੍ਰੈ ਗੁਣ ਪੈਦਾ ਹੋਏ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਪੈਦਾ ਹੋਏ, ਜਿਸ ਤੋਂ ਫਿਰ ਸ੍ਰਿਸ਼ਟੀ ਦੀ ਉਤਪਤੀ ਹੋਣ ਲੱਗਿਆ ਨਾਨਾ ਰੂਪ ਸਰੀਰ, ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਫਿਰ ਨਾਨਾ ਹੀ ਭਾਵ ਬੇਅੰਤੀ ਸਰੀਰਾਂ ਦੇ ਆਕਾਰ ਬਣੇ। ਜਿਵੇਂ ਲਹਿਰਾਂ ਦੇ ਆਕਾਰ ਬਣਦੇ ਨਾ, 3-3 ਫੁੱਟ ਦੀਆਂ, 4-4 ਫੁੱਟ ਦੀਆਂ, 5-5 ਫੁੱਟ ਦੀਆਂ, ਇਸੇ ਤਰ੍ਹਾਂ ਜੀਵਾਂ ਰੂਪ ਸਰੀਰਾਂ ਦੇ ਆਕਾਰ ਨਾਨਾ ਹੀ ਉੱਠੇ ਬਣੇ। ਇਹ ਮਤਲਬ ਕਹਿਣ ਤੋਂ ਬ੍ਰਹਮ ਰੂਪੀ ਜਿਹੜਾ ਸਮੁੰਦਰ ਆ ਨਾ, ਇਹ ਜੀਵ ਰੂਪੀ ਅਸੀਂ ਲਹਿਰਾਂ ਹੀ ਆ। ਤੇ ਲਹਿਰਾਂ ਜਿਹੜੀਆਂ ਵਾ ਸਾਧ ਸੰਗਤ ਜੀ, ਉਹ ਸਮੁੰਦਰ ਦਾ ਹੀ ਰੂਪ ਹੈ। ਹਵਾ ਬੰਦ ਹੋ ਗਈ ਤੇ ਕੀ ਹੋਣਾ ਹੈ, ਲਹਿਰ ਜਿਹੜੀ ਆ ਸਮਾਪਤ ਹੋ ਜਾਣੀ, ਪਾਣੀ ਵਿੱਚ ਲੀਨ ਹੋ ਜਾਣੀ, ਫਿਰ ਕੋਈ ਲਹਿਰ ਨਹੀਂ ਰਹਿ ਜਾਂਦੀ। ਇਸੇ ਤਰ੍ਹਾਂ ਜਿਹੜੀ ਚੇਤਵਨੀ ਆ, ਚੇਤਵਨੀ ਰੂਪ ਹਵਾ ਕਰਕੇ ਜੀਵ ਰੂਪੀ ਲਹਿਰਾਂ ਪਾ ਸ੍ਰਿਸ਼ਟੀ ਜਿਹੜੀ ਰਚੀ ਹੋਈ ਪਰਮੇਸ਼ਰ ਨੇ। ਤੇ ਜਦੋਂ ਚਿਤਵਨੀ ਰੂਪ ਹਵਾ ਸਮਾਪਤ ਹੋ ਜਾਂਦੀ ਹੈ, ਮਹਾਂਪਰਲੇ ਰੂਪ ਚਿਤਵਨੀ ਮਤਲਬ ਜਿਹੜੀ ਚਿਤਵਨੀ ਰੂਪ ਹਵਾ ਮਹਾਂਪਰਲੇ ਸਮੇਂ ਸਮਾਪਤ ਹੋ ਜਾਂਦੀ ਹੈ। ਇਹ ਜਿਹੜੇ ਨਾਨਾ ਰੂਪ ਇਹਨਾਂ ਸਰੀਰਾਂ ਦੇ, ਇਹ ਲਹਿਰਾਂ ਜਿਹੜੀਆਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਸਾਰੇ 33 ਕਰੋੜ ਦੇਵਤੇ, 96 ਕਰੋੜ ਦੇਵੀਆਂ, ਜਿੰਨੇ ਮਾਤਲੋਕ ਤੇ ਪਤਾਲ ਲੋਕ ਜੀਵ, ਇਹ ਲਹਿਰਾਂ ਸਾਰੀਆਂ ਖਤਮ ਹੋ ਜਾਂਦੀਆਂ। ਮਤਲਬ ਸਿੱਧਾ ਜਿਹਾ ਇਹ ਸਰੀਰ ਜਿਹੜੇ ਲਹਿਰਾਂ ਵਾ ਬ੍ਰਹਮ ਦੇ ਰੂਪੀ ਸਮੁੰਦਰ 'ਚ ਉੱਠੀਆਂ ਹੋਈਆਂ, ਉਹਦੇ ਵਿੱਚ ਹੀ ਲੀਨ ਹੋ ਜਾਣੀਆਂ। ਸੋ ਇੱਥੇ ਆਪਾਂ ਅੱਜ ਸਮਾਪਤੀ ਜਿਹੜੀ ਕਰੀਏ। ਗਲਾ ਵੀ ਥੋੜ੍ਹਾ ਠੀਕ ਨਹੀਂ ਸੀ, ਸਰੀਰ 'ਚ ਮੌਸਮ ਕਰਕੇ ਥੋੜ੍ਹੀ ਢਿਲਿਆਈ ਹੈ। ਅੱਜ ਆਪਾਂ ਇੱਥੇ ਜਿਹੜੀ ਸਮਾਪਤੀ ਕਰੀਏ, ਹੋਰ 2-4 ਦਿਨ ਇਹ ਸਮਾਪਤ ਹੋ ਜਾਣਾ ਹੈ। ਸਿੱਖ ਆਪਣੇ ਗੁਰੂ ਨੂੰ ਜਿਵੇਂ ਜਿਵੇਂ ਕਹਿ ਰਿਹਾ ਵਾ ਪੜ੍ਹ ਰਹੇ, ਆਓ ਆਪਾਂ ਇੱਥੇ ਸਮਾਪਤੀ ਕਰੀਏ। ਹਾਂ ਅਬੋਧ ਅਨੰਤ ਗਤ ਪਰਸਿਓ ਚਿਤ ਸਮੀਰ, ਬਹੁ ਕਲੋਲ ਤਾਂ ਮੈਂ ਉੱਠੀ ਨਾਨਾ ਰੂਪ ਸਰੀਰ। ਜੇ ਆਪਣੇ ਆਤਮ ਸਰੂਪ ਜੀ ਕਲਾ ਅਰਥ ਹੋਣਾ ਇੱਦਾਂ ਕਿ ਮੇਰਾ ਜਿਹੜਾ ਆਤਮ ਸਰੂਪ ਆ, ਉਹ ਤੇ ਸਮੁੰਦਰ ਦੇ ਜਲਦੀ ਨੇ ਆਈ ਆ ਬੇਅੰਤ ਬੇਅੰਤ। ਤੇ ਜਦੋਂ ਹੀ ਹੇ ਗੁਰੂ ਜੀ, ਜਦੋਂ ਮੇਰੇ ਚਿੱਤ ਦੇ ਵਿੱਚ ਚਿਤਵਨੀ ਰੂਪ ਹਵਾ ਉੱਠਦੀ ਹੈ ਨਾ, ਤੇ ਉਹ ਜਦੋਂ ਹਵਾ ਛੂਹਦੀ ਚਿਤਵਨੀ ਰੂਪ ਮੇਰੇ ਚਿੱਤ ਨੂੰ, ਉਦੋਂ ਬਹੁਤ ਕਲੋਲਾਂ ਦੇ ਵਿੱਚ ਉੱਠਦੀਆਂ। ਭਾਵ ਜਿੰਨਾ ਮੈਨੂੰ ਸੰਸਾਰ ਵੱਖੋ ਵੱਖਰਾ ਦਿਖਣ ਡਿਆ ਨਾ, ਨਾਨਾ ਰੂਪ ਸਰੀਰ, ਨਾਨਾ ਹੀ ਸਰੀਰਾਂ ਦੇ ਆਕਾਰ, ਇਹ ਮੇਰੇ ਆਤਮ ਸਰੂਪ ਵਿੱਚ ਚਿਤਵਨੀ ਚਿੱਤ ਦੇ ਵਿੱਚ ਚਿਤਵਨੀ ਰੂਪ ਜਿਹੜੀ ਹਵਾ ਹੀ ਛੋਈ ਆ, ਇਸੇ ਕਰਕੇ ਮੈਨੂੰ ਬਹੁਤੇ ਰੂਪ ਦਿਖਣ ਡੇ। ਅਸਲ ਵਿੱਚ ਜੋ ਦਿਸੈ ਸੋ ਤੇਰਾ ਰੂਪ ਹੀ ਆ। ਇਹ ਮੇਰੇ ਚਿੱਤ ਦੀ ਚਿਤਵਨੀ ਕਰਕੇ ਹੀ, ਉਹ ਚਿਤਵਨੀ ਰੂਪ ਹਵਾ ਸੋਹਣੇ ਕਰਕੇ ਮੈਨੂੰ ਨਾਨਾ ਸਰੀਰਾਂ ਦੇ ਆਕਾਰ ਲਹਿਰਾਂ ਉੱਠੀਆਂ ਦਿਖ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।